ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਗੌੜੀ ਗੁਆਰੇਰੀ ਮਹਿਲਾ ਪੰਜਵਾਂ, ਕਰਮ ਭੂਮ ਮੈਂ ਬੋਹ ਨਾਮ। ਪੂਰਨ ਹੋਏ ਤੁਮਾਰਾ ਕਾਮ, ਫਲ ਪਾਵੈ ਮਿਟ ਜਮ ਤਰਾਸ। ਨਿਤ ਗਾਵੈ ਹਰ ਹਰ ਗੁਣ ਜਸ। ਹਰ ਹਰ ਨਾਮ ਅੰਤਰ ਔਰ ਤਾਰ। ਸ਼ੀਘਰ ਕਾਰਜ ਲਿਹੋ ਸਵਾਰ। ਰਹਾਉ ਆਪਣੇ ਪ੍ਰਭ ਸਿਉ ਹੋ ਸਾਵਧਾਨ। ਤਾਂ ਤੂੰ ਦਰਗਹਿ ਪਾਵੈ ਮਾਨ। ਉਕਤ ਸਿਆਣਪ ਸਗਲੀ ਤਿਆਗ। ਸੰਤ ਜਨਾ ਕੀ ਚਰਣੀ ਲਾਗ। ਸਰਬ ਜੀ ਹੈ ਜਾਂ ਕੈ ਹਾਥ। ਕਦੇ ਨਾ ਵਿਛੜੈ ਸਭ ਕੈ ਸਾਥ। ਉਪਾਵ ਛੋੜ ਗਹੋ ਤਿਸ ਕੀ ਓਟ। ਨਿਮਖ ਮਾਹੇ ਹੋਵੈ ਤੇਰੀ ਛੋਟ। ਸਦਾ
ਨਿਕਟ ਕਰ ਤਿਸਨੂੰ ਜਾਣ। ਪ੍ਰਭ ਕੀ ਆਗਿਆ ਸਤ ਕਰ ਮਾਨ। ਗੁਰ ਕੈ ਬਚਨ ਮਿਟਾਵੋ ਆਪ। ਹਰ ਹਰ ਨਾਮ ਨਾਨਕ ਜਪ ਜਾਪ। ਗੁਰ ਕੈ ਬਚਨ ਮਿਟਾਵੋ ਆਪ। ਹਰ ਹਰ ਨਾਮ ਨਾਨਕ ਜਪ ਜਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੌੜੀ ਗਵਾਰੇਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। 176 77 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਡਾਕਟਰ ਮਨਪ੍ਰੀਤ ਸਿੰਘ ਜੀ ਰਜੌਰੀ ਗਾਰਡਨ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਬਹੁਤ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪਿਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਹਰ प्रचारक, हर गुरु का ढाडी, हर गुरु का कीर्तनिया, जो भी साधु महात्मा ਜਾਂ कोई अपने आप ਨੂੰ ब्रह्म ਗਿਆਨੀ समझदा होवे, अखवाउंदा होवे, गुरुद्वारा कमेटियां, सभा सोसाइटियां, साडा सब दा फर्ज बनता है। एक अंग्रेजी का शब्द है चैरिटी फ्रॉम होम। असी जिस पिंड विच रहने आ, जिस कलोनी महल्ले शहर विच रहने आ, उत्थे जां उस इलाके दे 1 2 4 पिंड जिथे भी कोई गरीब सिख है, बच्चों के केस ने, बच्चे अमृतधारी ने, परिवार अमृतधारी ने, सानू उन्हां वल ध्यान देना चाहिए। वड्डे वड्डे मगरमच्छां वाले असी हंझू वगा रहे हैं, भज्जे ही जाने आ कनेडा, अमरीका, आस्ट्रेलिया। धर्म प्रचार, जाओ भाई सच बोलो कि पैसे लैन चले आ, लैके आओ, चंगी गल है। पहला अपना घर बनाओ, अपनी गड्डी लै लो, पर उस तो बाद आपां लोकां नूं कहने आ दसवंध दिओ। घट्टो घट्ट अपना ही दसवंध कढ़दे आ। अपने पिंड दे विच अजे भी जे कोई हरिया बूट हैगा है, गुरु नानक साहब दी सिक्खी लैके कोई गरीबी दावे विच बैठा है, असी उन्हां नूं तकड़े करिए, स्वैमान दईए कि तुसीं
ਕਿਸੇ ਦੀ ਚਮਕ ਦਮਕ ਵਿੱਚ ਨਹੀਂ ਪੈਣਾ। ਜਥਾ ਜੋਗ ਅਸੀਂ ਉਹਨਾਂ ਦੀ ਸੰਭਾਲ ਕਰੀਏ, ਸੇਵਾ ਕਰੀਏ, ਬੱਚਿਆਂ ਦੀ ਪੜ੍ਹਾਈ ਵਿੱਚ, ਬਿਮਾਰਾਂ ਦੀ ਦਵਾਈ ਵਿੱਚ, ਉਹਨਾਂ ਦੇ ਕਾਰੋਬਾਰ ਵਿੱਚ। ਫਿਰ ਵੇਖੋ ਕੌਮ ਦੀ ਤਕਦੀਰ ਬਦਲਦੀ ਕਿ ਨਹੀਂ ਬਦਲਦੀ। ਮੇਰੀ ਸਭ ਨੂੰ ਬੇਨਤੀ ਹੈ, ਅਸੀਂ ਨਾ ਬਹੁਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਟਾਰਾਂ ਮਾਰੀਏ। ਲੈਕਚਰ ਵੱਡੇ ਨੇ, ਸੁਣਦੇ ਹੁੰਦੇ ਆਪਾਂ ਕਿ ਉੱਚੀ ਦੁਕਾਨ ਫੀਕਾ ਪਕਵਾਨ। ਦੁਕਾਨਾਂ ਸਾਡੀਆਂ ਵੱਡੀਆਂ ਨੇ ਪਰ ਮਠਿਆਈਆਂ ਸਾਡੀਆਂ ਫਿੱਕੀਆਂ ਨੇ। ਆਪਾਂ ਇਸ ਦੋਸ਼ ਤੋਂ ਬਚ ਜਾਈਏ। ਆਓ ਸਾਰੇ ਰਲ ਮਿਲ ਕੇ ਆਪਣਾ ਆਪਣਾ ਘਰ ਸੰਭਾਲੀਏ। ਅਗਲੇ ਸਮੇਂ ਦੀ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ। ਤਾਤ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਸਮਰਥ ਛਤਰ, ਗੁਰ ਰਾਮਹਿ ਦਿਓ। ਗੁਰ ਰਾਮਦਾਸ ਦਰਸ਼ਨ ਪਰਸ, ਕਿਹ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪਰਮਾਣ ਪੁਰਖ, ਗੁਰ ਅਰਜੁਨ ਪਿਖਉ ਨੈਣ। ਬੇਸ਼ੁਮਾਰ ਅਥਾਹ ਗਨਤ ਅਤੁਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਆਪ ਹਾਜ਼ਰੀਆਂ ਭਰ ਰਹੇ ਹੋ। ਅਸ਼ਟਮ ਬਲਬੀਰਾ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਧੂੜ ਮਸਤਕ ਤੇ ਲਾਉਂਦੇ ਗੁਰੂ ਪਿਆਰੇ ਸਤਸੰਗੀ ਜਨੋ, ਆਪ ਸਾਰੀਆਂ ਸੰਗਤਾਂ ਦੀਆਂ ਯਾਤਰਾਵਾਂ ਸਫਲ ਹੋਣ, ਗੁਰੂ ਘਰ ਤੇ ਆਇਆ ਸਫਲ ਹੋਏ। ਜੋ ਇਸ ਪਾਵਨ ਦਰਬਾਰ ਦੀ ਮਰਿਆਦਾ ਹੈ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਆਪ ਜੀ ਨੇ ਲੜੀਵਾਰ ਸ਼ਬਦ ਵਿਚਾਰ ਅਧੀਨ ਜਿਹੜੀ ਲੜੀ ਤੁਰੀ ਹੋਈ ਹੈ, ਉਸ ਲੜੀ ਦੇ ਵਿੱਚ ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਗੌੜੀ ਗੁਆਰੇਰੀ ਰਾਗ ਅੰਦਰ ਦਰਜ ਸ਼ਬਦ ਸਰਵਣ ਕੀਤਾ ਹੈ। ਆਪ ਸਾਰੇ ਬਹੁਤ ਪ੍ਰੇਮ ਦੇ ਵਿੱਚ ਜੁੜ ਕੇ ਬੈਠੇ ਹੋ। ਘਰੇ, ਦੇਸ਼ਾਂ ਵਿਦੇਸ਼ਾਂ ਵਿੱਚ, ਕਾਰੋਬਾਰਾਂ ਵਿੱਚ ਵੀ ਬੈਠੇ ਇਸ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਪ ਨਦਰੇ ਇਨਾਇਤ ਕਰਕੇ ਵਿਚਾਰਾਂ ਕਰਾਉਣ। ਆਪ ਸੰਗਤ ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ
ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਦੀ ਕਿਸਮ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਕਰੀਬਨ 11 ਰੂਪ ਦੇ ਵਿੱਚ ਗੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਇਹ ਗੌੜੀ ਗੁਆਰੇਰੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਕਰਮ ਭੂਮ ਮਹਿ ਬੋਹ ਨਾਮ, पूर्ण होए तुम्हारा काम, फल पावहें शीघ्र कारज लेहो सवार। सतगुरु जी कहते फल पावहें मिटै जम त्रास, नित गावें हर हर गुण जास। गुरुदेव पिता गुरु अर्जुन देव महाराज जी जिथों अज शब्द की आरंभता करते हैं, इथों ये स्पष्ट हो गया। ਅੱਜ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਕੀਤੇ ਜਾ ਰਹੇ ਕਰਮਾਂ ਵੱਲ, ਆਪਣੇ ਆਪਣੇ ਕੀਤੇ ਜਾ ਰਹੇ ਕਾਰਜਾਂ ਵੱਲ ਸਤਿਗੁਰ ਜੀ ਇਹ ਸੋਝੀ ਕਰਾ ਰਹੇ ਨੇ ਕਿ ਬੰਦਿਆ, ਜੋ ਤੂੰ ਕਰਮ ਕਰ ਰਿਹਾ, ਜੋ ਤੂੰ ਕਾਰਜ ਕਰ ਰਿਹਾ, ਇੱਕ ਵਾਰੀ ਦੁਨੀਆ ਨੂੰ ਛੱਡ ਕੇ, ਦੂਜਿਆਂ ਨੂੰ ਛੱਡ ਕੇ ਆਪਣੇ ਕੀਤੇ ਹੋਏ ਕਾਰਜ ਤੇ ਕਰਮਾਂ ਵੱਲ ਧਿਆਨ ਦੇ। ਜੇ ਆਪਣੇ ਕੀਤੇ ਹੋਏ ਕਰਮ ਨੂੰ ਤੂੰ ਵੇਖੇਂਗਾ, ਫਿਰ ਤੈਨੂੰ ਇਹ ਪ੍ਰਤੀਤ ਹੋਏਗੀ ਕਿ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਇਹ ਵਾਲੀ ਅਵਸਥਾ ਕਿ ਜਿਸ ਅਵਸਥਾ ਨੂੰ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਹੈ। ਦਿਲ ਦਰਬਾਨੀ ਜੋ ਕਰੈ ਦਰਵੇਸ਼ੀ ਦਿਲ ਰਾਸ। ਬੰਦਿਆ, ਤੂੰ ਦੂਜਿਆਂ ਦੀ ਚੌਂਕੀਦਾਰੀ ਕਰਨੀ ਛੱਡ, ਦੂਜਿਆਂ ਦੇ ਘਰ, ਦੂਜਿਆਂ ਦੇ ਸਰੀਰ, ਦੂਜਿਆਂ ਦੇ ਪਰਿਵਾਰਾਂ ਦੇ ਵਿੱਚ ਕੀ ਵਰਤ ਰਿਹਾ, ਉਹਨਾਂ ਦੇ ਕੀ ਕਰਮ ਨੇ, ਇਸ ਤੋਂ ਪਹਿਲਾਂ ਸਤਿਗੁਰੂ ਜੀ ਅੱਜ ਫਰਮਾਨ ਕਰਦੇ ਨੇ, ਬੰਦਿਆ ਤੂੰ ਆਪਣੇ ਕਰਮਾਂ ਵੱਲ ਵੇਖ, ਆਪਣੇ ਆਪ ਵੱਲ ਵੇਖ। ਜਿਹਨੂੰ ਬਾਬਾ ਫਰੀਦ ਨੇ ਵੀ ਕਿਹਾ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਕਿ ਜੇ ਤੂੰ ਸਿਆਣਾ ਲਤੀਫ ਆਪਣੇ ਆਪ ਨੂੰ ਸਮਝਦਾ, ਤੇ ਲਤੀਫ ਦੀ ਨਿਸ਼ਾਨੀ ਇਹ ਨਹੀਂ ਹੁੰਦੀ ਕਿ ਦੂਜਿਆਂ ਵੱਲ ਸਦਾ ਹੀ ਉਂਗਲ ਕਰਕੇ ਨੁਕਸ ਕੱਢਣੇ। ਸਭ ਤੋਂ ਪਹਿਲਾਂ ਆਪਣੇ ਕਰਮ ਰੂਪੀ ਧਰਤੀ ਦੇ ਵਿੱਚ ਜਿਹੜਾ ਬੀਜ ਪਾਇਆ ਜਾ ਰਿਹਾ, ਉਸ ਬੀਜ ਦੀ ਸੋਝੀ ਉਸ ਮਨੁੱਖ ਨੂੰ ਹੋਣੀ ਚਾਹੀਦੀ। ਉਹ ਅਸਲ ਲਤੀਫ ਹੈ। ਲਤੀਫ ਕਹਿੰਦੇ ਸਿਆਣੇ ਨੂੰ। ਇਹਨੂੰ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਜੇ ਦਰਵੇਸ਼, ਜਿਹਨੂੰ ਕਿਹਾ ਦਰ ਦੇ ਉੱਤੇ ਖੜਾ ਹੋਇਆ, ਦਰਬਾਨ ਜਿਹਨੂੰ ਕਹਿੰਦੇ ਹਾਂ ਅਸੀਂ, ਜਿਹਨੂੰ ਚੌਂਕੀਦਾਰ ਕਹਿੰਦੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਪ੍ਰਭੂ ਦੇ ਦਰ 'ਤੇ ਕਬੂਲ ਹੋਣਾ ਹੈ ਤੇ ਦੂਜਿਆਂ ਦੀ ਚੌਂਕੀਦਾਰੀ ਛੱਡ ਤੇ ਆਪਣੇ ਦਿਲ ਨੂੰ ਖੋਜਣਾ ਸ਼ੁਰੂ ਕਰ। ਕਿਹੜੇ ਕਿਹੜੇ ਕਰਮ ਤੂੰ ਕਰਦਾ ਆਇਆ ਇਸ ਜਨਮ ਦੇ ਵਿੱਚ, ਤੈਨੂੰ ਉਹਦੀ ਤੇ ਸੋਝੀ ਹੈ, ਘੱਟੋ ਘੱਟ ਉਹ ਤੇ ਸਵਾਰ ਲੈ। ਪਿੱਛੇ ਤੇ ਤੈਨੂੰ ਪਤਾ ਹੀ ਨਹੀਂ। अपने कर्म की गत मैं क्या जानूँ, मैं क्या जानूँ बाबा रे। नरू मरै नर काम ना आवै, पशु मरै दस काज सवारै। असीं कहंदे बंदा मर गया किसी काम नहीं आउंदा। असीं कहंदे बंदा इत्थों चला गया की काम आउंदा। बई बंदा प्रैक्टिकली साइंटिफिकली देखा जाए तो किडनियां बंदे दे विचों, अखां दा लॉटरी आ, किन्ना कुछ बंदे दा वरतिया जांदा है जे समय सिर कढ लिया जाए। ਬੰਦਾ ਕੰਮ ਆਉਂਦਾ ਹੈ, ਸਰੀਰ ਦੇ ਰੂਪ ਦੇ ਵਿੱਚ ਆ ਸਕਦਾ ਹੈ ਮੈਡੀਕਲ ਕੰਡੀਸ਼ਨਸ ਦੇ ਅਧੀਨ। ਪਰ ਜੇ ਗੁਰੂ ਪਾਤਸ਼ਾਹ ਜੀ ਦਾ ਇਹ ਸਿਧਾਂਤ ਭੁੱਲ ਗਏ ਕਿ ਬੰਦਿਆ ਇਸ ਧਰਤੀ ਤੇ ਆਇਆ ਤੇ ਬੰਦੇ ਬੰਦਗੀ ਇਖਤਿਆਰ ਸਾਹਿਬ ਰੂਸ ਧਰੋਂ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ। ਕਿ ਜਿਸ ਤਰ੍ਹਾਂ ਇੱਕ ਫੁੱਲ ਪਲਾਸਟਿਕ ਦੇ ਜਿੰਨੇ ਮਰਜ਼ੀ ਲਾ ਲਓ ਭਾਈ, ਇਹਨਾਂ ਦੀ ਰੰਗ, ਇਹਨਾਂ ਦੀ ਸੋਭਤ 4 ਦਿਨਾਂ ਬਾਅਦ ਫਿੱਕੀ ਪੈ ਜਾਣੀ ਹੈ। ਇਹਨਾਂ ਨੂੰ ਪਾਣੀ ਦੇਣ ਦੀ ਵੀ ਲੋੜ ਨਹੀਂ ਪੈਣੀ, ਨਾ ਇਹਨਾਂ ਵਿੱਚੋਂ ਖੁਸ਼ਬੂ ਆਉਣੀ ਹੈ, ਨਾ ਇਹਨਾਂ ਦੇ ਲਵੇ ਭੌਰੇ ਆਉਣੇ ਨੇ। ਹਾਂ, ਜੇ ਅਸਲ ਫੁੱਲ ਹੈ ਤੇ ਉਹ ਫੁੱਲ ਤਾਂ ਖਿੜੇਗਾ ਜੇ ਉਹਨੂੰ ਪਾਣੀ ਦਿੱਤਾ ਜਾਏ। ਬੰਦਿਆ, ਤੇਰੀ ਆਤਮਾ, ਤੇਰਾ ਅੰਦਰ ਉਸ ਵੇਲੇ ਵਿਕਾਸ ਕਰੇਗਾ ਜੇ ਬਾਣੀ ਦਾ ਅੰਮ੍ਰਿਤ ਤੂੰ ਦੇਂਗਾ। ਇਹਨੂੰ ਸਾਹਿਬ ਜੀ ਨੇ ਕਿਹਾ, ਬੰਦਿਆ ਤੂੰ ਕਿਹੜੇ ਪਾਸੇ ਤੁਰਿਆ, ਮੈਂ ਤੈਨੂੰ ਚੇਤੇ ਕਰਾਵਾਂ। ਜਿਹੜੇ ਕਰਮ ਤੂੰ ਕਰਦਾ ਆ ਰਿਹਾ, ਨਰੂ ਮਰੈ ਨਰ ਕਾਮ ਨਾ ਆਵੈ। ਇਹ ਨਹੀਂ ਕਿ ਬੰਦਾ ਮਰ ਗਿਆ ਕਿਸੇ ਕੰਮ ਦਾ ਨਹੀਂ। ਇਹਦਾ ਮਤਲਬ ਹੈ ਮਨੁੱਖ ਦੇ ਅੰਦਰੋਂ ਜੇ ਮਨੁੱਖਤਾ ਹੀ ਮਰ ਗਈ
ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਉਹ ਨਰ ਕਿਸੇ ਕੰਮ ਦਾ ਨਹੀਂ, ਉਹਨੇ ਕੰਮ ਵਿਗਾੜਨਾ ਹੀ ਹੈ। ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀਵੇ ਰਾਸ, ਉਹ ਬੰਦਾ ਤੁੱਕਾ ਲਗਾ ਕੇ ਇੱਕ ਅੱਧਾ ਚੰਗਾ ਵੀ ਕਰ ਲੇਗਾ, ਫਿਰ ਮਹਾਰਾਜ ਕਹਿੰਦੇ ਦੂਜਾ ਐਸਾ ਵਿਗਾੜੇਗਾ ਮੁੜ ਕੇ ਸਵਾਰਨ ਜੋਗਾ ਵੀ ਨਹੀਂ ਰਹੇਗਾ। ਸਾਹਿਬ ਜੀ ਦੀ ਬਾਣੀ ਹੈ, ਜਾਣ ਬੂਝ ਕੇ ਬਾਬਰੈ ਤੈਂ ਕਾਜ ਵਿਗਾਰਿਓ। ਜਾਣਦਾ ਹੋਇਆ ਵੀ ਸਤਿਗੁਰੂ ਗੁਰੂ ਦੇ ਸ਼ਬਦ ਵਿੱਚ ਤੁਰਿਆ ਹੋਇਆ ਤੂੰ ਇਹ ਸਮਝ ਰਿਹਾ ਕਿ ਗੁਰੂ ਬਾਬਾ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਹੈ, ਇਹ ਬਾਣੀ ਦਿੱਤੀ ਹੈ, ਇਹ ਮਰਿਆਦਾ ਕਾਇਮ ਕੀਤੀ ਹੈ, ਤੇ ਅਸੀਂ ਹੁਜਦਾ ਕਰਕੇ ਕਹਿੰਦੇ ਹਾਂ ਗੁਰੂ ਸਾਹਿਬ ਇਹ ਮਰਿਆਦਾ ਕਿਉਂ? ਬਈ ਇਹ ਮਰਿਆਦਾ ਇਸ ਲਈ ਤੇਰਾ ਜੀਵਨ ਘੜ ਸਕੇ ਸੋਹਣਾ, ਤੂੰ ਬੰਦਾ ਬਣ ਸਕੇ। ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਜੇ ਮਨੁੱਖ ਦੇ ਅੰਦਰੋਂ ਪਸ਼ੂ ਬਿਰਤੀ ਦਾ ਨਾਸ਼ ਹੋ ਜਾਏਗਾ ਨਾ, ਉਸ ਦਿਨ ਉਹ ਮਨੁੱਖ 10 ਕਾਜ ਸਵਾਰ ਸਕਦਾ, ਉਹ ਆਪਣਾ ਕਾਰਜ ਸਵਾਰ ਸਕਦਾ। ਉਹ ਫਿਰ ਸੰਸਾਰ ਦਾ ਵੀ ਹੋਣੇ। ਸਿੰਘ ਸਾਹਿਬ ਨੇ ਕਿੰਨੀ ਕਮਾਲ ਦੀ ਇਹ ਲਗਾਤਾਰ ਪਿਛਲੇ 4 ਦਿਨਾਂ ਤੋਂ ਸਿੰਘ ਸਾਹਿਬ ਜੀ ਬੇਨਤੀ ਕਰ ਰਹੇ ਨੇ, ਭਾਈ ਧਰਮ ਦਾ ਭਾਵੇਂ ਅਸੀਂ ਬੁਰਕਾ ਪਾਇਆ, ਧਰਮੀ ਅਸੀਂ ਕਹਾਉਂਦੇ ਹਾਂ, ਪਰ ਅਸਲ ਸਮੇਤ ਮੇਰੇ ਇਹ ਮੈਂ ਵੀ ਆਪਣੇ ਆਪ ਨੂੰ ਸਮਝਾਵਾਂ, ਜੇ ਸਤਿਗੁਰ ਅੱਗੇ ਅਰਦਾਸ ਕਰੀਏ ਸੱਚੀ ਮੁੱਚੀ ਧਰਮ ਦੀ ਪਰਿਭਾਸ਼ਾ ਉਹ ਹੈ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ। ਜੇ ਇਸ ਪਾਸੇ ਨਹੀਂ ਤੁਰੇ ਫਿਰ ਕਾਹਦਾ ਭਲਾ ਸਾਡਾ? ਨਾ ਸਾਡਾ ਭਲਾ ਨਾ ਸਾਡੇ ਕਰਕੇ ਧਰਮ ਦਾ। ਇਸ ਗੱਲ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸਮਝਾਉਂਦੀ। ਕਰਮ ਅਸਲ ਦੇ ਵਿੱਚ ਹੁਣ ਤਾਈਓ ਤੇ ਗੁਰੂ ਬਾਬਾ ਜੀ ਨੇ ਇਹ ਨਬੇੜਾ ਕਰ ਦਿੱਤਾ ਕਿ ਕੋਈ ਕਹੇ ਕਿ ਸੱਚ ਸਭ ਤੋਂ ਉੱਤਮ ਹੁੰਦਾ ਹੈ। ਮਹਾਰਾਜ ਕਹਿੰਦੇ ਸੱਚ ਉੱਤਮ ਹੁੰਦਾ ਹੈ, ਪਰ ਉਸ ਤੋਂ ਉੱਤਮ ਹੁੰਦੀ ਹੈ ਮਨੁੱਖਤਾਈ ਦੀ ਕਮਾਈ ਹੋਈ ਸੱਚੀ ਬਿਰਤੀ। ਜੇ ਮਨੁੱਖ ਉਸ ਸੱਚ ਨੂੰ ਕਮਾ ਲੇ ਫਿਰ ਉਹ ਮਨੁੱਖ ਉਸ ਸੱਚ ਤੋਂ ਵੀ ਉੱਤਮ ਹੋ ਗਿਆ। ਸੱਚੋ ਔਰੈ ਸਭ ਕਉ। ਮਹਾਰਾਜ ਕਹਿੰਦੇ ਸੱਚ ਸਾਰੀ ਲੁਕਾਈ ਦੇ ਵਿੱਚ ਸਾਰੇ ਪਾਸੇ ਫੈਲਿਆ ਹੋਇਆ, ਪਰ ਇਸ ਤੋਂ ਉੱਤਮ ਵੀ ਕੋਈ ਚੀਜ਼ ਹੈ। ਸੱਚ ਤੋਂ ਉੱਤਮ ਕੀ ਹੈ? ਮਹਾਰਾਜ ਕਹਿੰਦੇ ਉੱਪਰ ਸੱਚ ਵਿਚਾਰ। ਇਹ ਹੈ ਸੱਚੋ ਔਰੈ ਸਭ ਕੋ ਉੱਪਰ ਸੱਚ ਆਚਾਰ। ਜੇ ਆਚਾਰ ਮਨੁੱਖ ਦਾ ਚੰਗਾ ਹੋ ਗਿਆ, ਜੇ ਕਰਮ ਮਨੁੱਖ ਦੇ ਚੰਗੇ ਹੋ ਗਏ, ਗੁਰੂ ਦੇ ਕਹੇ ਅਨੁਸਾਰ ਬਾਣੀ ਦੇ ਕਹੇ ਅਨੁਸਾਰ ਹੋ ਗਏ, ਫਿਰ ਮਹਾਰਾਜ ਕਹਿੰਦੇ ਇਸ ਸਰੀਰ ਰੂਪੀ ਕਰਮ ਭੂਮੀ 'ਚ ਜੋ ਬੀਜ ਤੂੰ ਅੱਜ ਬੋਏਂਗਾ, ਤੇ ਯਾਦ ਰੱਖੀ ਕੁਦਰਤ ਦਾ ਇਹ ਨੇਮ ਹੈ, ਇਹਨੂੰ ਹੀ ਰੱਬੀ ਨੇਮ ਆਖਿਆ ਕਿ ਜੋ ਧਰਤੀ ਦੇ ਵਿੱਚ ਬਾਹਰੋਂ ਵੀ ਬੀਜੋਗੇ ਉਹੀ ਨਿਕਲੇਗਾ, ਜੋ ਮਨ ਰੂਪੀ ਸਰੀਰ ਰੂਪੀ ਧਰਤੀ ਵਿੱਚ ਕਰਮ ਦਾ ਬੀਜ ਬੋਵੋਗੇ ਅੱਗੋਂ ਉਹੀ ਨਿਕਲੇਗਾ। ਇਹਦੇ ਵਿੱਚ ਕੋਈ ਦੋ ਰਾਹ ਨਹੀਂ। ਅਸੀਂ ਕਹਿੰਦੇ ਰੱਬ ਕਿੱਥੇ ਹੈ, ਤੇ ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਆਹੀ ਤੇ ਰੱਬ ਹੈ ਭਾਈ, ਇਹੀ ਤੇ ਪ੍ਰਭੂ ਹੈ। ਇਸ ਪ੍ਰਭੂ ਦੇ ਨਿਆਂ ਤੋਂ ਕਿਵੇਂ ਅਸੀਂ ਮੁਨਕਰ ਹੋ ਸਕਦੇ ਹਾਂ, ਕਿਵੇਂ ਮੂੰਹ ਮੋੜ ਸਕਦੇ ਹਾਂ? ਅਸੀਂ ਕਹਿੰਦੇ ਰੱਬ ਨਹੀਂ ਹੈ। ਗੁਰੂ ਅਰਜੁਨ ਸਾਹਿਬ ਕਹਿੰਦੇ ਆਹੀ ਰੱਬ ਹੈ, ਜਿਹਨੂੰ ਬਾਣੀ ਵਿੱਚ ਪੜੋ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਮੈਂ ਜੋ ਕੀਤਾ ਮੈਨੂੰ ਉਹਦਾ ਫਲ ਮਿਲਣਾ। ਇਹਨੂੰ ਹੀ ਸਾਹਿਬ ਜੀ ਦੀ ਬਾਣੀ, ਬਾਬਾ ਸ਼ੇਖ ਫਰੀਦ ਜੀ ਦਾ ਬਚਨ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇੰਦਾ ਪੈਦਾ ਲੋੜੈ ਪੱਟ। ਕਿ ਸਿਧਾਂਤ ਗੁਰਮਤ ਦਾ, ਸਿਧਾਂਤ ਗੁਰੂ ਦੇ ਘਰ ਦਾ ਇਹ ਹੈ ਕਿ ਭਲਿਆ ਜੋ ਤੂੰ ਕਰਤਾ ਅੱਜ, ਇਹਦਾ ਕੱਲ੍ਹ ਨੂੰ ਤੇਰੇ ਜੀਵਨ 'ਚ ਪ੍ਰਭਾਵ ਪੈਣਾ ਹੀ ਪੈਣਾ। ਇਹਦਾ ਪ੍ਰਭਾਵ, ਇਹ ਜ਼ਰੂਰੀ ਨਹੀਂ ਤੂੰ ਜਿੰਦਾ ਰਹੇ ਨਾ ਰਹੇ, ਪਰ ਇਹ ਤੇਰਾ ਕੀਤਾ ਹੋਇਆ ਸਦਾ ਹੀ ਪ੍ਰਭਾਵਸ਼ੀਲ ਰਹੇਗਾ। ਚੰਗੇ ਕਰਮ ਦਾ ਪ੍ਰਭਾਵ ਚੰਗਾ ਰਹਿੰਦਾ। ਭਗਤਾਂ ਨੇ ਕੀਤਾ ਕਿ ਉਹ ਖਤਮ ਹੋ ਗਿਆ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਕੋਈ ਭਗਤ ਨਾਮਦੇਵ ਜੀ ਦੀ ਬੰਦਗੀ ਨੂੰ ਭੁੱਲ ਸਕਦਾ ਹੈ? ਕੋਈ ਭਗਤ ਕਬੀਰ ਸਾਹਿਬ ਜੀ ਨੂੰ? ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਹਾਰਾ ਭਇਓ ਗੁਣੀ ਗਹੀਰਾ। ਪਰ ਜੇ ਮਾੜੇ ਕਰਮ ਕੀਤੇ ਨਾਰਾਇਣ ਨਿੰਦਸ, ਭੂਲੀ ਗਵਾਰੀ ਦੁਕ੍ਰਿਤ ਗੋਲ ਹੈ। ਸਿੱਧੀ ਗੱਲ ਹੈ, ਕਰਮਾਂ ਦੀ ਲਈ ਵੀ ਧਰਤੀ ਦਾ ਨਿਆਂ ਗੋਲ ਹੈ। ਇੱਥੋਂ ਤੁਰਿਆ ਕਰਮ ਕਰਕੇ ਮੁੜ ਕੇ ਫਿਰ ਉੱਥੇ ਆ ਕੇ ਖੜ ਗਏ। ਜੋ ਮੈਂ ਕੀਆ ਸੋ ਮੈਂ ਪਾਇਆ। ਇਹਨੂੰ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਅਮਲ ਕਰ ਧਰਤੀ
ਆ ਮੈਂ ਤੈਨੂੰ ਦੱਸਾਂ ਆਪਣੀ ਸਰੀਰ ਰੂਪੀ ਧਰਤੀ ਦੇ ਵਿੱਚ ਕਿਹੜੇ ਬੀਜ ਪਾਉਣੇ ਨੇ, ਕਿਹੜੇ ਕਰਮਾਂ ਦੇ ਬੀਜ ਪਾਉਣੇ ਨੇ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇਹ ਪਾਣੀ। ਹੋਏ ਕਿਰਸਾਨ ਈਮਾਨ ਜਮਾਏ ਲੈ, ਪਿਸ਼ਤ ਦੋਜ਼ਕ ਮੂੜੇ ਏਵ ਜਾਣੀ। ਇਹ ਨਾ ਸੋਚ ਨਰਕ ਬਾਦ ਦੇ ਵਿੱਚ ਹੈ, ਇਹ ਨਾ ਸੋਚ ਬਾਦ ਦੇ ਵਿੱਚ ਦੇਖਾਂਗੇ ਇਹ ਜੱਗ ਮਿੱਠਾ ਤੇ ਅੱਗੇ ਕਿੰਨੇ ਡਿੱਠਾ। ਇਹ ਮਹਾਰਾਜ ਕਹਿੰਦੇ ਭੁਲੇਖੇ ਛੱਡ ਦੇ। ਇਹ ਭੁਲੇਖੇ ਗੁਰਮਤਿ ਦੇ ਸਿਧਾਂਤ ਦੇ ਵਿੱਚ ਪਹਿਲੇ ਦਿਨ ਸਮਝਾਏ ਜਾਂਦੇ ਨੇ। ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਹਿਮਤ, ਕਰਮ ਭੂਮ ਮਹਿ ਬੋਹੋ ਨਾਮ। ਆ ਮੈਂ ਤੈਨੂੰ ਦੱਸਾਂ, ਨਹੀਂ ਜੀ ਮਹਾਰਾਜ ਅਸੀਂ ਜਿਹੜੇ ਕਰਮ ਕਰ ਰਹੇ ਹਾਂ ਉਹ ਕਰਮ ਧਰਮ ਦੇ ਨਾਮ ਦੇ ਨਹੀਂ ਹੈ। ਸਾਹਿਬ ਜੀ ਕਹਿੰਦੇ ਫਿਰ ਪੜ੍ਹ ਲੈ, ਕਿਰਤ ਕਰਮ ਕੈ ਵਿਛੜੇ ਕਰ ਕਿਰਪਾ ਮੇਲੋ ਰਾਮ। ਜਿਹੜੇ ਤੂੰ ਕਰਮ ਕਰਦਾ ਆ ਰਿਹਾ ਉਹਦੇ ਕਰਕੇ ਤੇਰਾ ਵਿਛੋੜਾ ਪੈ ਗਿਆ। ਇਸੀ ਗੱਲ ਨੂੰ ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਚੌਹਾਂ ਕੁੰਟਾਂ ਦੇ ਵਿੱਚ ਜਿੱਥੇ ਮਰਜ਼ੀ ਚਲਾ ਜਾ, ਜਿੰਨਾ ਚਿਰ ਤੱਕ ਪ੍ਰਭੂ ਦੀ ਸ਼ਰਨ ਵਿੱਚ ਨਹੀਂ ਆਏਗਾ ਉਹਨਾਂ ਚਿਰ ਤੱਕ ਤੇਰੀ ਪੈਜ ਨਹੀਂ ਸਵਾਰੀ ਜਾਣੀ। ਧੇਨ ਦੁਦੇ ਤੇ ਬਾਰੀ ਕਿਤੈ ਨਾ ਆਵੈ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਕਿੱਥੇ ਕੀਮਤ ਪੈਣੀ ਹੈ। ਗਾਂ ਨੂੰ ਕੌਣ ਰੱਖਦਾ ਜਦ ਦੁੱਧ ਦੇਣੀ ਛੱਡ ਦੇ, ਉਹਨੂੰ ਜ਼ਮੀਂਦਾਰ ਵੀ ਛੱਡ ਦਿੰਦਾ ਤੇ ਫਸਲ ਪਾਣੀ ਤੋਂ ਬਿਨਾਂ ਸੜ ਜਾਂਦੀ ਹੈ। ਤੇ ਸਤਿਗੁਰ ਜੀ ਦੇ ਬਚਨਾਂ ਨੂੰ ਕਮਾਏ ਬਿਨਾਂ ਅਸੀਂ ਕਹਿੰਦੇ ਹਾਂ ਜਿਹੜੇ ਕਰਮ ਕਰ ਰਹੇ ਹਾਂ ਉਹਨਾਂ ਨਾਲ ਸਾਡਾ ਜੀਵਨ ਸਫਲ ਹੋਏਗਾ। ਮਹਾਰਾਜ ਕਹਿੰਦੇ ਬਿਲਕੁਲ ਨਹੀਂ ਹੋਏਗਾ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ, ਬੇਮੁਖ ਕਿਹਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ, ਬੇਮੁਖ ਹੋ ਗਏ ਆ ਸਤਿਗੁਰੂ ਸੱਚੇ ਪਾਤਸ਼ਾਹ ਤੋਂ। ਕਿ ਜਿਨ੍ਹਾਂ ਨੇ ਗੁਰੂ ਨੂੰ ਵੇਖ ਲਿਆ, ਗੁਰੂ ਦੇ ਸਨਮੁਖ ਹੋ ਗਏ, ਫਿਰ ਉਹਨਾਂ ਨੂੰ ਵੱਡਾ ਸੁੱਖ ਮਿਲਿਆ। ਭੱਟ ਜੀ ਕਹਿੰਦੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਐਸਾ ਸੁੱਖ ਮਿਲਿਆ ਜਿਸ ਸੁੱਖ ਦੀ ਕੀਮਤ ਦਿੱਤੀ ਨਹੀਂ ਜਾ ਸਕਦੀ। ਐਸੀ ਕੀਮਤ ਕਿ ਇਸ ਧਰਤੀ ਦੀ ਸਾਰੀ ਦੌਲਤ ਇੱਕ ਪਾਸੇ ਤੇ ਗੁਰੂ ਦਾ ਸੁੱਖ ਇੱਕ ਪਾਸੇ। ਆਓ ਭਾਈ ਅਮਲ ਕਰ ਧਰਤੀ, ਚੰਗੇ ਅਮਲਾਂ ਦਾ ਬੀਜ ਆਪਣੇ ਸਰੀਰ ਰੂਪੀ ਧਰਤੀ ਦੇ ਉੱਤੇ ਬੀਜਣ ਵਾਸਤੇ ਤੂੰ ਤਿਆਰੀ ਕਰ। ਆਪਣੀ ਧਰਤੀ ਨੂੰ ਅਮਲ ਕਰ ਧਰਤੀ, ਚੰਗੇ ਅਮਲਾਂ ਦੀ ਧਰਤੀ ਸਰੀਰ ਬਣਾ। ਬੀਜ ਸ਼ਬਦੋ ਕਰ, ਗੁਰਬਾਣੀ ਦੇ ਉਪਦੇਸ਼ਾਂ ਦਾ ਬੀਜ ਅੰਦਰ ਪਾ। ਫਿਰ ਸੱਚ ਕੀ ਆਬ ਨਿਤ ਦੇਹ ਪਾਣੀ। ਜਿਵੇਂ ਇੱਕ ਕਿਸਾਨ ਇੱਕ ਜ਼ਮੀਂਦਾਰ ਕਰਦਾ, ਪਹਿਲਾਂ ਧਰਤੀ ਪੂਰੀ ਸਵਾਰਦਾ, ਫਿਰ ਸਵਾਰਨ ਤੋਂ ਬਾਅਦ ਉਹਦੇ ਵਿੱਚ ਬੀਜ ਦਾ ਛਿੱਟਾ ਪਾਉਂਦਾ। ਬੀਜ ਦੇ ਪਾਉਣ ਤੋਂ ਬਾਅਦ ਫਿਰ ਸੁਹਾਗਾ ਫੇਰ ਕੇ ਫਿਰ ਪਾਣੀ ਲਾਉਂਦਾ। ਇਹਨੂੰ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਬਈ ਕਿਰਸਾਨ ਦੀ ਨਿਆਈ ਇਸ ਧਰਤੀ ਨੂੰ ਵੀ ਸਵਾਰ ਲੈ, ਇਸ ਧਰਤੀ ਨੂੰ ਵੀ ਸਮਾਰ। ਜੇ ਧਰਤੀ ਸਵਾਰੀ ਨਹੀਂ ਤੇ ਫਿਰ ਜੀਵਨ ਕਾਹਦਾ ਤੇਰਾ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸ਼ਬਦ ਦਾ ਬੀਜ ਪਾ। ਗੁਰਬਾਣੀ ਦਾ ਅੰਦਰ ਪ੍ਰਭਾਵ ਤੇਰੇ ਮਨ ਵਿੱਚ ਹੋਏ। ਸੱਚ ਕੀ ਆਬ, ਬਾਣੀ ਰੂਪੀ ਆਬ ਤੇਰੇ ਅੰਦਰ ਨੇਤੀ ਚੱਲਦੀ ਰਹੇ। ਬਾਣੀ ਦਾ ਅੰਮ੍ਰਿਤ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਹ ਚੱਲਦਾ ਰਹੇ। ਭਿੰਨੀ ਰਹਿਣੀਏ ਚਾਮਕਨ ਤਾਰੇ, ਜਾਗਹਿ ਸੰਤ ਜਨਾ ਮੇਰੇ RAM ਪਿਆਰੇ। ਅੰਦਰ ਭਿਜਿਆ ਰਹੇ ਬਾਣੀ ਦੇ ਨਾਲ। ਸੱਚ ਕੀ ਆਬ ਨਿਤ ਦੇਹ ਪਾਣੀ, ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰਾ ਨਾਏ ਵਾਸਾ। ਸੱਚ ਕੀ ਆਬ ਨਿਤ ਦੇ ਪਾਣੀ, ਹੋਏ ਕਿਰਸਾਨ। ਇਹ ਹੈ ਹੁਣ ਕਿਰਸਾਨੀ ਤੇਰੇ ਅੰਦਰ ਦੀ। ਈਮਾਨ ਜਮਾਏ ਲੈ, ਸੱਚਾ ਈਮਾਨ ਇਕੱਠਾ ਕਰ। ਸਬਰ ਅੰਦਰ ਲੈ ਕੇ ਆ, ਇਹ ਈਮਾਨ ਹੈ। ਸੰਤੋਖ ਅੰਦਰ ਲੈ ਕੇ ਆ। ਨਿਵਣ ਸੋ ਅੱਖਰ ਖਵਣ ਗੁਣ ਜੇਵਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਇਹ ਕਮਾਈ ਸਤਿਗੁਰ। ਜੇ ਬੀਜ ਹੀ ਨਹੀਂ ਬੋਇਆ ਕਰਮ ਦਾ, ਨਾਮ ਵਾਲਾ, ਚੰਗੇ ਨਾਮ ਚੰਗੇ ਗੁਣਾਂ ਵਾਲਾ, ਜਿਹਨੂੰ ਹਜੇ ਸਿੰਘ ਸਾਹਿਬ ਕਹੇ ਭਾਈ ਦਾਨ ਪੁੰਨ ਕਰਨਾ, ਅਕਲੀ ਸਾਹਿਬ ਸੇਵੀਐ। ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਜਿੱਥੇ ਜ਼ਰੂਰਤ ਹੈ ਉੱਥੇ ਫਿਰ ਪਿੱਛੇ ਨਾ ਹਟੀਏ, ਉੱਥੇ ਫਿਰ ਯਤਨ ਕਰੀਏ, ਉਦਮ ਕਰੀਏ। ਘਾਟਾ ਨਹੀਂ ਪੈਣਾ ਸਾਡੇ ਕੀਤੇ ਹੋਏ
ਕਾਰਜਾਂ ਦੇ ਵਿੱਚ ਸਾਡੇ ਕੀਤੇ ਹੋਏ ਦਾਨ ਪੁੰਨ 'ਚ ਸਾਨੂੰ ਕੋਈ ਤੋਟ ਨਹੀਂ ਆਉਣੀ, ਸਤਿਗੁਰ ਨੇ ਫਿਰ ਕਮੀ ਨਹੀਂ ਰਹਿਣ ਦੇਣੀ। ਇਹ ਕਰਮ ਸਤਿਗੁਰੂ ਜੀ ਕਹਿੰਦੇ ਆਪਣੇ। ਹੁਣ ਇਹੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹੋ। ਆਸਾ ਕੀ ਵਾਰ ਦੇ ਵਿੱਚ ਸਤਿਗੁਰੂ ਜੀ ਨੇ ਜਿੱਥੇ ਸਾਨੂੰ ਇਹ ਦ੍ਰਿੜ ਕਰਾਇਆ ਕਿ ਇਹ ਪਸਾਰਾ ਕੂੜ ਦਾ, ਇਹ ਸਭ ਕੁਝ ਕੂੜ ਹੈ ਜੇ ਤੇਰੇ ਕਰਮ ਚੰਗੇ ਨਹੀਂ, ਜਿਹੜੇ ਤੇਰੇ ਕਰਮਾਂ ਦੇ ਵਿੱਚ ਗੁਰੂ ਦੀ ਸ਼ਬਦ ਦੀ ਕਮਾਈ ਦੀ ਖੁਸ਼ਬੂ ਨਹੀਂ ਆਉਂਦੀ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ। ਕਾਰਨ ਕੀ ਹੈ? ਕੂੜ ਕੂੜਾ ਨਿਹੋ ਲੱਗਾ, ਵਿਸਰਿਆ ਕਰਤਾਰ। ਕਰਤਾਰ ਵਿਸਰ ਗਿਆ ਤੇ ਜੋ ਮਰਜ਼ੀ ਕਰਮ ਕਰੀ ਜਾ। ਮਹਾਰਾਜ ਕਹਿੰਦੇ ਕੂੜ ਦਾ ਪਸਾਰਾ ਹੈ। ਤੇ ਸੱਚ ਕੀ ਹੈ? ਅਗਲਾ ਸ਼ਲੋਕ, ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਆਹ ਹੈ, ਇਹ ਸੱਚ ਹੈ। ਜਦ ਹਿਰਦੇ ਵਿੱਚ ਗੁਰੂ ਦੇ ਸ਼ਬਦ ਦੀ ਕਮਾਈ, ਗੁਰੂ ਦੇ ਸ਼ਬਦ ਦਾ ਉਪਦੇਸ਼, ਗੁਰੂ ਭਾਵਨਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ 'ਤੇ ਆਏ ਸੀ। ਭਲਿਆ ਅੱਜ ਸਾਰਾ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਨਿਰਮਲ ਭਾਉ ਦੇ ਅੰਦਰ ਰੱਖੀਏ ਨਾ। ਅੱਜ ਗੁਰੂ ਪਾਤਸ਼ਾਹ ਦੇ ਦੀਦਾਰ ਕਰਕੇ ਆਏ ਹਾਂ। ਅੱਜ ਗੁਰੂ ਪਾਤਸ਼ਾਹ ਜੀ ਦੀ ਸਰਦਲ ਦੀ ਧੂੜ ਮਸਤਕ ਤੇ ਲਾਈ ਹੈ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਉ। ਆਪਣੇ ਅੰਦਰ ਦੀ ਜੁਗਤ ਨੂੰ ਗੁਰੂ ਪਾਸੋਂ ਸਮਝ ਲੈ, ਉਹ ਅਸਲ ਸੱਚ ਹੈ। ਧਰਤ ਕਾਇਆ ਸਾਧਕ ਹੈ, ਵਿੱਚ ਦੇ ਕਰਤਾ ਬਿਓ। ਇਸ ਧਰਤੀ ਸਰੀਰ ਨੂੰ ਸਾਧ ਲੈ ਅੱਜ ਤੋਂ ਹੀ, ਤੇ ਕਰਤੇ ਦੇ ਨਾਮ ਦਾ ਬੀਜ ਇਹਦੇ ਵਿੱਚ ਪਾ ਦੇ। ਧਰਤ ਕਾਇਆ ਸਾਧਕ ਹੈ, ਵਿੱਚ ਦੇ ਕਰਤਾ ਬਿਓ। ਇਹ ਹੈ ਸੱਚ ਦੀ ਕਮਾਈ। ਜੇ ਇਹ ਨਹੀਂ ਬੀਜਿਆ ਫਿਰ ਸੋਚਦਾ ਤੂੰ ਕੀ ਪਿਆ। ਇੱਕ ਸਾਖੀ ਬੜੀ ਕਮਾਲ ਦੀ ਹੈ। ਕਿਰਤ ਕਮਾਈਆਂ ਦੇ ਵਿੱਚ ਵਾਧੇ ਤੇ 10 ਨੋਆਂ ਦੀ ਕਿਰਤ ਦੀ ਰਹਿਮਤਾਂ ਗੁਰੂ ਨਾਨਕ ਸਾਹਿਬ ਦੇ ਘਰ 'ਚ ਕਿੰਨੀਆਂ ਨੇ। ਭਾਵੇਂ ਕੋਈ ਗਰੀਬੇ ਇਹ ਨਾਮ ਗੁਰੂ ਆ ਰਿਹਾ, ਲੰਗਰ ਚੱਲ ਰਹੇ ਨੇ, ਕੱਲੇ ਅੰਨ ਦੇ ਨਹੀਂ, ਲੰਗਰ ਚਲੇ। ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀਐ। ਗੁਰੂ ਦੇ ਸ਼ਬਦ ਦੇ ਵੀ ਲੰਗਰ ਚੱਲ ਰਹੇ ਨੇ। ਬਾਣੀ, ਕਥਾ, ਕੀਰਤਨ ਤੇ ਕੱਲਾ ਸੁਣਨਾ, ਗਾਵਣਾ ਜਾਂ ਬੋਲਣਾ ਨਹੀਂ, ਕਮਾਈਆਂ ਗੁਰਸਿੱਖਾਂ ਦੇ ਜੀਵਨ ਵਿੱਚੋਂ ਪ੍ਰਗਟ ਹੋ ਰਹੀਆਂ ਨੇ। ਉਸੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਇੱਕ ਮਾਈ ਰਹਿੰਦੀ ਹੈ ਜਿਹਦਾ ਨਾਮ ਹੈ ਮਾਈ ਤਾਬੋ। ਉਹਦੇ ਮਨ ਵਿੱਚ ਖਿਆਲ ਆਇਆ ਕਿ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਕਿੰਨੀਆਂ ਸੰਗਤਾਂ ਦੂਰ ਦਰਾਡਿਓਂ ਆਉਂਦੀਆਂ ਨੇ। ਕੋਈ ਕੁਛ ਗੁਰੂ ਸਤਿਗੁਰੂ ਜੀ ਦੀ ਸੰਗਤ ਲਈ, ਗੁਰੂ ਪਾਤਸ਼ਾਹ ਦੇ ਲਈ ਛਕਾਉਣ ਵਾਸਤੇ ਰਸਦਾਂ ਲੈ ਕੇ ਆਉਂਦੇ, ਕੋਈ ਕੁਝ ਲਿਆਉਂਦੇ। ਵੰਨ ਸਵੰਨਾ 36 ਪ੍ਰਕਾਰ ਦਾ ਗੁਰੂ ਸਾਹਿਬ ਜੀ ਦੇ ਦਰਬਾਰਾਂ ਵਿੱਚ ਚੱਲ ਰਿਹਾ। ਆਹ ਸੱਚ ਹੈ। ਜੇ ਸਿੰਘ ਸਾਹਿਬ ਜੀ ਬੇਨਤੀ ਕਰਦੇ ਆ ਦੇਸੀ ਘਿਓ ਦੀ ਸੇਵਾ, ਜੇ ਲੰਗਰ ਦੀ ਰਸਦਾਂ ਦੀ ਸੇਵਾ, ਇਹ ਗੁਰੂ ਦਾ ਸਿਧਾਂਤ ਹੈ। ਜੇ ਗੁਰੂ ਘਰ ਦੇ ਵਿੱਚ ਇਹ ਸੇਵਾਵਾਂ ਦਿੱਤੀਆਂ ਜਾਣ, ਟੋਟਾ ਨਹੀਂ, ਬਰਕਤਾਂ ਪੈਂਦੀਆਂ। ਪੁੱਛੋ ਉਹਨਾਂ ਸਿੱਖਾਂ ਨੂੰ ਜਿਹੜੇ ਸੇਵਾਵਾਂ ਕਰਦੇ ਆ, ਬਈ ਪੁੱਛੋ ਕਿਉਂ ਕਰਦੇ ਹੋ? ਉਹ ਕਹਿੰਦੇ ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ। ਉਹ ਕਹਿੰਦੇ ਜੋ ਦਿੱਤਾ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਦਿੱਤਾ ਹੋਇਆ, ਇਸ ਤੋਂ ਵੱਧ ਕੀ ਆਖੀਏ। ਜੇ ਮੈਂ ਕੁਝ ਕਰਦਾ ਹੋਵਾਂ ਤੇ ਮੇਰੇ ਵੱਸ ਹੋਏ। ਉਹੀ ਖਿਆਲ ਮਾਈ ਤਾਬੋ ਦੇ ਮਨ ਵਿੱਚ ਆਇਆ ਕਿ ਸੱਚੇ ਪਾਤਸ਼ਾਹ ਦੇਣ ਨੂੰ ਕੁਛ ਨਹੀਂ ਹੈ। ਜਦ ਮੈਂ ਆਪਣੇ ਘਰ ਦੇ ਹਾਲਾਤ ਵੇਖਦੀਆਂ, ਕੱਖਾਂ ਦੀ ਕੁਲੀ ਵੇਖਦੀਆਂ, ਮੈਂ ਕਿਵੇਂ ਸੋਚਾਂ ਸਤਿਗੁਰ ਤੁਸੀਂ ਮੇਰੇ ਘਰ ਆਓ। ਮੈਂ ਕਿੱਥੇ ਬਿਠਾਵਾਂਗੀ ਤੁਹਾਨੂੰ? ਮੈਂ ਕਿਵੇਂ ਸੇਵਾ ਕਰਾਂਗੀ? ਜੇ ਮੈਂ ਆਪਣੇ ਚੁੱਲ੍ਹੇ ਵੱਲ ਵੇਖਦੀ ਹਾਂ, ਮੈਂ ਆਪਣੇ ਰਾਸ਼ਨ ਦੇ ਡੱਬਿਆਂ ਵੱਲ, ਤੇ ਸਾਰਾ ਕੁਝ ਖਾਲੀ ਪਿਆ ਹੋਇਆ। ਅੰਨ ਧਨ ਘਰ ਦੇ ਵਿੱਚ ਨਹੀਂ ਹੈ। ਥੋੜ੍ਹੇ ਜਿਹੇ ਦਾਣੇ ਜਿਹੜੇ ਕਮਾ ਕੇ ਲਿਆਈਆਂ, ਪਰ ਉਹਦੇ ਮਨ 'ਚ ਖਿਆਲ ਆਇਆ ਕੋਈ ਨਹੀਂ, ਸਤਿਗੁਰ ਭਲੀ ਕਰਨਗੇ। ਜੇ ਸਤਿਗੁਰ ਨੂੰ ਪਾਇਆ ਤਾਂ ਵੀ ਠੀਕ ਹੈ, ਜੇ ਨਾ ਪਾਇਆ ਤਾਂ ਵੀ ਠੀਕ ਹੈ। ਮੇਰੀ ਤੇ ਭਾਵਨਾ ਹੈ ਨਾ। ਉਹ ਮਾਈ ਤਾਬੋ ਨੇ ਇੱਕ ਇੱਕ ਅੰਨ ਦੇ ਦਾਣੇ ਨੂੰ ਨਾ ਬਾਣੀ ਪੜ੍ਹ ਕੇ, ਮੂਲ ਮੰਤਰ ਪੜ੍ਹ ਕੇ ਸਾਫ਼ ਕੀਤਾ। ਇੱਕ ਇੱਕ ਦਾਣੇ ਨੂੰ, ਅੰਨ ਦੇ ਦਾਣੇ ਨੂੰ ਗੁਰੂ ਪਾਤਸ਼ਾਹ ਲਈ ਪ੍ਰਸ਼ਾਦਾ ਬਣਾਉਣ ਲੱਗੇ ਨੇ। ਇੱਕ ਇੱਕ ਦਾਣੇ ਉੱਤੇ ਮੂਲ ਮੰਤਰ ਪੜ੍ਹ ਕੇ ਉਹਨੇ ਇਕੱਠੇ ਕੀਤੇ ਦਾਣੇ। ਫਿਰ ਜਦ ਪੀਣ ਲੱਗੀ ਤੇ ਬਾਣੀ ਪੜ੍ਹੇ, ਚੱਕੀ ਚਲਾਏ ਤੇ ਬਾਣੀ ਪੜ੍ਹ ਕੇ ਫਿਰ ਉਹਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਤਿਆਰ ਕਰ। ਦੇਖੋ ਇਹ ਸੱਚ ਹੈ। ਜੇ ਅੱਜ ਵੀ ਸਾਡੇ ਘਰਾਂ ਦੀਆਂ ਰਸੋਈਆਂ ਵਿੱਚ ਜੇ ਭੈਣਾਂ ਸਵਾਣੀਆਂ ਬਾਣੀ ਪੜ੍ਹ ਕੇ ਪ੍ਰਸ਼ਾਦਾ ਬਣਾਉਣ ਤੇ ਬੜੀਆਂ ਬਰਕਤਾਂ ਨੇ। ਉਹਨਾਂ ਬੋਲੋ ਜਿੰਨੀ ਲੋੜ ਹੈ। ਜੇ ਕੋਈ ਆਇਆ ਬੋਲਿਆ, ਨਹੀਂ ਤੇ ਫਿਰ ਗੁਰੂ ਗੁਰੂ ਕਰੋ ਸਾਰੇ ਦਿਨ।
ਸਾਰਾ ਦਿਨ ਵਾਹਿਗੁਰੂ ਕਰੀਏ, ਇਹ ਯਤਨ ਕਰੀਏ ਆਪਣੇ ਘਰਾਂ ਦੇ ਵਿੱਚ। ਉਸ ਮਾਈ ਤਾਬੂ ਨੇ ਪ੍ਰਸ਼ਾਦਾ ਬਣਾਇਆ, ਗੁਰੂ ਗੁਰੂ ਕਰਦਿਆਂ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇੱਕ ਗਰੀਬੜੀ ਨੇ ਪ੍ਰਸ਼ਾਦਾ ਬਣਾਇਆ, ਮੈਂ ਲੈ ਕੇ ਤੇ ਤੁਰੀਆਂ ਤੁਹਾਡੇ ਵੱਲ, ਪਰ ਮੈਂ ਉੱਥੇ ਤੁਹਾਨੂੰ ਕਿਵੇਂ ਦੇਵਾਂਗੀ? ਉੱਥੇ ਲੋਕਾਂ ਨੇ ਕਹਿਣਾ ਦੇਖ ਆ ਗਈ ਇਹ ਸੁੱਕਾ ਜਿਹਾ ਪ੍ਰਸ਼ਾਦਾ ਲੈ ਕੇ। ਉੱਥੇ ਤੇ 36 ਪ੍ਰਕਾਰ ਦੇ ਭੋਜਨ ਚੱਲ ਰਹੇ ਨੇ। ਇਹ ਅਰਦਾਸ ਕੀਤੀ ਹੈ ਤੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਕਹਿੰਦੇ ਘੋੜਾ ਲਿਆਓ। ਦਰਬਾਰ ਦੇ ਵਿੱਚੋਂ ਸਤਿਗੁਰੂ ਜੀ ਨੇ ਘੋੜੇ ਦੇ ਉੱਤੇ ਆਪ ਬੈਠੇ ਨੇ ਤੇ ਨਾਲ ਸਿੰਘ ਤੁਰੇ ਨੇ। ਸਿੰਘ ਪੁੱਛਦੇ ਮਹਾਰਾਜ, ਮਹਾਰਾਜ ਕਹਿੰਦੇ ਚਲੋ ਕੀਰਤਪੁਰ ਸਾਹਿਬ ਹੀ ਜਾਣਾ। ਉਹ ਹਜੇ ਅੰਦਰ ਅਰਦਾਸ ਕਰਕੇ ਉਹਨੇ ਪੌਣੇ ਦੇ ਵਿੱਚ ਲਪੇਟਿਆ ਪ੍ਰਸ਼ਾਦਾ ਤੇ ਇੰਨੇ ਨੂੰ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਉਹਦੀ ਕੱਖਾਂ ਦੀ ਕੁਲੀ ਦੇ ਬਾਹਰ ਪਹੁੰਚ ਗਏ ਨੇ। ਇਹ ਸੱਚ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਦ ਮਲਕ ਭਾਗੂ ਨੇ ਸੱਦਾ ਦੇ ਕੇ ਕਿਹਾ ਸੀ ਨਾ, ਸਤਿਗੁਰੂ ਜੀ ਸਾਡੇ ਘਰ ਵਿੱਚ ਤੇ ਇਹ ਭੋਜ ਹੋ ਰਿਹਾ, ਭੋਜਨ ਹੈ, ਲੰਗਰ ਹੈ, ਤੁਸੀਂ ਛਕ ਲਓ, ਕੀ ਇਹਦੇ ਵਿੱਚ ਖਰਾਬੀ ਹੈ? ਮਹਾਰਾਜ ਕਹਿੰਦੇ ਮਲਕ ਭਾਗੋ ਛਕਣ ਨੂੰ ਤੇ ਕੁਝ ਨਹੀਂ ਹੁੰਦਾ, ਛਕਿਆ ਜਾ ਸਕਦਾ, ਪਰ ਯਾਦ ਰੱਖੀ ਕਿੱਕਰ ਦੇ ਬੀਜ ਜਿਸ ਵੇਲੇ ਹੱਥ ਵਿੱਚ ਫੜੇ ਜਾਣ ਨਾ, ਆ ਹੱਥ ਵਿੱਚ ਮਸਲੇ ਜਾਣ, ਬੜੇ ਕੂਲੇ ਲੱਗਦੇ ਆ, ਬੜੇ ਸੌਫਟ ਹੁੰਦੇ ਨੇ, ਉਹ ਰੜਕਦੇ ਨਹੀਂ ਹੱਥ ਦੇ ਵਿੱਚ, ਬੜੇ ਕੂਲੇ। ਪਰ ਉਹੀ ਕਿੱਕਰ ਦੇ ਬੀਜ ਜੇ ਬੋ ਦਿੱਤੇ ਜਾਣ, ਮੁੜ ਕੇ ਕੰਡੇ ਹੀ ਉਗਦੇ ਆ, ਮੁੜ ਕੇ ਕੰਡੇ। ਅੱਜ ਇਹ ਛਕ ਲਾਂਗੇ ਪ੍ਰਸ਼ਾਦਾ, ਕੋਈ ਨਹੀਂ ਛਕਿਆ ਜਾ ਸਕਦਾ, ਪਰ ਕੱਲ ਨੂੰ ਜਦ ਪ੍ਰਭੂ ਦੀ ਇਬਾਦਤ ਵਿੱਚ ਬੈਠਾਂਗੇ ਫਿਰ ਇਸੀ ਪ੍ਰਸ਼ਾਦੇ ਨੇ ਅੰਦਰ ਕਿੱਕਰ ਦੇ ਕੰਡਿਆਂ ਦੀ ਤਰ੍ਹਾਂ ਚੁਭਣਾ। ਇਹਨੇ ਵਿਗਣ ਬੰਦਾ ਬੰਦਗੀ ਦੇ ਵਿੱਚ। ਕਿਉਂ? ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਤਿਗੁਰ ਸੱਚੇ ਇਹੀ ਗੱਲ, ਲੋੜੈ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ। ਕਿੱਕਰ ਦੇ ਬੀਜ ਬੜੇ ਕੂਲੇ ਲੱਗਦੇ ਹੱਥ 'ਚ ਫੜੇ ਹੋਏ। ਇਵੇਂ ਮਾੜੇ ਕਰਮ ਕਰਦਿਆਂ ਬੜਾ ਰਸ ਆਉਂਦਾ ਜੀਵਨ ਦਾ। ਬਖੀਲੀ ਕੀਤਿਆਂ, ਨਿੰਦਾ ਕੀਤਿਆਂ ਬੜਾ ਰਸ ਮਿਲਦਾ। ਢਿੱਡ ਦੀ ਪੀੜ ਦੂਰ ਨਹੀਂ ਹੁੰਦੀ ਜਿੰਨਾ ਚਿਰ ਤੱਕ ਸੱਥਾਂ, ਹੁਣ ਸੱਥਾਂ ਕੀ ਹੱਥ ਦੇ ਵਿੱਚ ਮੋਬਾਈਲ ਆ ਗਏ, ਜੋ 100 ਬੇਗਾਨਾ ਵੀ ਹੈ ਉਹਦੀ ਵੀ ਅਸੀਂ ਬਖੀਲੀ ਕਰ। ਦੱਸੋ ਕੋਈ ਰਿਸ਼ਤਾ ਇਹਦੇ ਨਾਲ? ਜਿਹਦੇ ਨਾਲ ਕੋਈ ਦੂਰ ਦਾ ਨਾਤਾ ਵੀ ਨਹੀਂ, ਉਹਦੀ ਵੀ ਨਿੰਦਾ ਕਰਨ ਵਾਸਤੇ ਜੇ ਦੁਨੀਆ ਨਿੰਦਾ ਕਰੇ, ਆਹਾ ਸਵਾਦ ਆ ਗਿਆ ਅੱਜ ਤੇ। ਕਹਿੰਦੇ ਕੀ ਸਵਾਦ? ਕਹਿੰਦੇ ਇਹ ਫਲਾਣੇ ਬੰਦੇ ਦੀ, ਕਹਿੰਦੇ ਚੰਗੀ, ਕਹਿੰਦੇ ਇਹਦੀ ਰਗੜੀ ਲੋਕਾਂ ਨੇ, ਗੱਲਬਾਤ ਚੰਗੀ ਕੀਤੀ, ਇਹਦੇ ਨਾਲ ਚੰਗਾ ਕੀਤਾ, ਇਹਦੀ ਇੱਜ਼ਤ ਰੋਲਤੀ। ਬੰਦਾ ਪੁੱਛੇ ਤੂੰ ਇਹਨੂੰ ਜਾਣਦਾ ਹੈ? ਤੇਰੀ ਗੱਲ ਨਹੀਂ ਜਾਣਦਾ ਤੇ ਨਹੀਂ ਆ, ਬਸ ਐਵੇਂ ਸਵਾਦ ਆਇਆ। ਆਹ ਜਿਹੜੇ ਕਰਮ ਨੇ ਨਾ ਸਾਡੇ ਜੀਵਨ ਦੇ, ਕਿ ਬਈ ਉਹਦੀ ਇੱਜ਼ਤ ਨੂੰ ਦਰੜ ਕੇ ਰੱਖ ਦਿੱਤਾ, ਉਹਦੀ ਇੱਜ਼ਤ ਨੂੰ ਖਰਾਬ ਕਰਕੇ ਰੱਖ ਦਿੱਤਾ, ਰੋਲਤੀ ਉਹ ਜੀ ਇੱਜ਼ਤ। ਨਹੀਂ, ਗੁਰਮਤਿ ਦਾ ਸਿਧਾਂਤ ਕਿਹੜਾ? ਫਰੀਦਾ ਬੁਰੇ ਦਾ ਭਲਾ ਕਰ। ਪਰ ਅਸੀਂ ਕਿਹੜੇ ਪਾਸੇ ਤੁਰ ਪਏ ਹਾਂ? ਮਹਾਰਾਜ ਕਹਿੰਦੇ ਮਲਕ ਭਾਗੋ ਛਕ ਤੇ ਲਾਂਗੇ ਪ੍ਰਸ਼ਾਦਾ, ਪਰ ਜਦ ਬੈਠਾਂਗੇ ਨਾ ਉਸ ਪ੍ਰਭੂ ਦੀ ਇਬਾਦਤ 'ਚ ਇਹ ਚੁਭਣਗੇ ਅੰਦਰ ਕੰਡਿਆਂ ਦੀ ਤਰ੍ਹਾਂ। ਸਾਡੇ ਲਈ ਲਾਲੋ ਦਾ ਚੰਗਾ ਹੈ, ਉਹ ਚੰਗਾ ਹੈ। ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਉਹਦੇ ਘਰ ਪਹੁੰਚੇ ਨੇ। ਆਹੀ ਗੱਲ ਹੈ, ਲੋੜੈ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ। ਬਿਜੌਰ ਦੇਸ਼ ਦੀਆਂ ਦਾਖਾਵਾਂ ਦੀ ਭੁੱਖ ਹੈ, ਸਾਨੂੰ ਮਿਲ ਜਾਏ, ਪਰ ਅਸੀਂ ਕਿਹੜੇ ਕਰਮ ਦੇ ਬੀਜ ਬੋਂਦੇ ਪਏ ਹਾਂ? ਕਿੱਕਰਾਂ ਦੇ। ਅੱਜ ਕਰਮ ਕਰੀਏ ਮਾੜੇ ਤੇ ਬੜਾ ਸਵਾਦ ਆਉਂਦਾ ਹੈ, ਪਰ ਬਾਬਾ ਫਰੀਦ ਕਹਿੰਦੇ ਕਿੱਕਰ ਦੇ ਬੀਜਾਂ ਦੀ ਤਰ੍ਹਾਂ ਅੱਜ ਕੂਲੇ ਬੜੇ ਲੱਗਦੇ ਹੱਥਾਂ 'ਚ, ਪਰ ਜਿਸ ਦਿਨ ਬੋਤੇ ਕੰਡੇ ਹੀ ਆਉਣਗੇ ਅੱਗੇ। ਹੰਡਾ ਉਨ ਕਤਾਇੰਦਾ ਪੈਦਾ ਲੋੜੈ ਪੱਟ। ਫੁਰਨੇ ਲਏ ਜਾਂਦੇ ਆ ਰੇਸ਼ਮ ਦੇ ਪਾਵਾਂਗੇ, ਚੰਗੇ ਹੋਣ, ਸੁੱਖ ਮਿਲਣ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ, ਸਾਡੇ ਘਰ ਦੇ ਵਿੱਚ ਰੌਣਕਾਂ ਲੱਗੀਆਂ ਹੋਣ, ਰਹਿਮਤਾਂ ਹੋਣ, ਪਰ ਹੰਡਾ ਉਨ ਕਤਾਇੰਦਾ। ਅੱਜ ਉਨ ਨੂੰ ਬੁੰਦਾ ਪਿਆ ਤੇ ਤੂੰ ਸੁਪਨੇ ਲੈਂਦਾ ਪਿਆ ਰੇਸ਼ਮ ਦੇ। ਬਈ ਜੋ ਬੀਜ ਰਿਹਾ ਉਹ ਅੱਗੇ ਆਏਗਾ, ਜੋ ਬੁੰਦਾ ਪਿਆ ਉਹੀ ਅੱਗੇ ਪਾਉਣਾ ਪੈਣਾ। ਮਾੜਾ ਕਰਕੇ ਦੂਜਿਆਂ ਦੀ ਜੜ੍ਹਾਂ 'ਚ ਤੇਲ ਪਾ ਕੇ ਤੇ ਤੂੰ ਆਪ ਖੁਸ਼ ਹੋ ਸਕਦਾ? ਮਹਾਰਾਜ ਕਹਿੰਦੇ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਆ ਮੈਂ ਤੁਹਾਨੂੰ ਦੱਸਾਂ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆਓ ਦੱਸੀਏ ਕਿਹੜਾ ਬੀਜ ਪਾਓ ਇਸ ਧਰਤੀ 'ਤੇ। ਤੇ ਉਹ ਬੀਬੀ ਜਿਹੜੀ ਮਾਈ ਤਾਬੋ ਸੀ, ਕਹਿੰਦੀ ਕੌਣ ਆਇਆ? ਗੁਰੂ ਹਰ ਰਾਏ ਸਾਹਿਬ ਕਹਿੰਦੇ ਤਾਬੋ ਖੋਲ ਬੂਆ, ਅਸੀਂ ਆਇਆ। ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਆਵਾਜ਼ ਮਾਰੀ, ਉਹ ਬੜੀ ਖੁਸ਼ ਹੋਈ, ਉਹਨੂੰ ਸੋਝੀ ਨਾ ਮਿਲੇ ਕੀ ਹੋ ਗਿਆ। ਸਤਿਗੁਰੂ ਜੀ ਤੇ ਆਪ ਪ੍ਰਤੱਖ ਆ ਗਏ। ਬੂਆ ਖੋਲਿਆ ਤੇ ਉਹਦੇ ਮਨ 'ਚ ਆਇਆ ਸੀ ਨਾ, ਮੈਂ ਕਿੱਥੇ ਬਿਠਾਵਾਂਗੀ ਸਤਿਗੁਰੂ ਨੂੰ, ਮੇਰੇ ਘਰ ਥਾਂ ਹੀ ਨਹੀਂ।
महाराज जी घोड़े ते ही सवार ने ते सतगुरु जी कहते माई ताबो लिया प्रशादा जो बनाया है, वो पौने च लपेट के ही ले आई। महाराज ने घोड़े के उत्ते बैठ के ही प्रशादा छकिया। ते उहदा प्रेम देखो, वो प्रेम दे विच इन्नी वलीन हो गई, इन्नी प्रीत डाढ़ी उहदे मन विच लग गई ते वो सुरत ही गवाच गई कि मैं बोलना की है। दो रूप दे विच सुरत गवाचदियां, जां तां बहुत गुस्सा होए, दिमाग ते चढ़िया होए ते बंदा सुरत गवाच के बोल पैंदा, कूड़ कबाड़ बोल देंदा, फिर उन्होंने पछतावा होंदा। दूजा प्रेम दे विच चुभिया होया जिहड़ा अंदर है ना, सुरत डूंगी प्रभु दे नाम विच जुड़ी हुई, वो भी जद बोलदी है उन्होंने वो बाहरों भुल चुक बोल दे भी खरे हर पाने। ये बचन है सतगुरां दा। सतगुर प्रशादा छकदे ने, वो माई बोलदी है, बोलना तो ये सी कि मैं भुल्लण हार तुसी बख्शण हार। वो माई ताबो बोलदी है, गुरु साहब मैं बख्शण हार तुसी भुल्लण हार, मैं बख्शण हार तुसी। सुरत गवाच गई। ਸਿੰਘਾਂ ने टोकना चाहया कि माई की बोलती हैं। महाराज कहते ना ਸਿੰਘੋ ਇਹਦੇ बचना ते ना जाओ, ਇਹਦੀ प्रीत ते जाओ। मैं अंदर दी प्रीत वेखदा, मैं अंदर दी डुंगियाई वेखदा, मैं बाहर दे दिखावे नहीं वेखदा। यही गल गुरु हरराय साहब जी दी साखी च गुरु साहब बाहर धर्म दा भेख नहीं वेखदे, गुरु साहब अंदर दे कर्म वेखदे आ। गुरु साहब वो बाहरों जो भी असी भावें मार आसा की वार दा बचन, बड़े सियाणे भावें असी बाहरों दिखावा करिए, पर महाराज कहंदे छुट्टे तिल बुआड़ ज्यों सूइयां अंदर खेत, खेतां अंदर छुट्टियां कहो नानक सौ ना, फलियां है फुलियां बपड़े भी तन विच सुआ। जे कर्म माड़े ने, जे कर्मां दी धरती दे उत्ते चंगे बीज ही नहीं बोए, बुरा ही कीता, सदा ही बुरा सोचिया, सदा ही मलीनता ते मैल निंदा चिंदा, चोरां जारां रंडियां कुटड़ियां दीवान, बेदीना की दोस्ती बेदीना का खान, सिफती सार ना जाननी। कदी सिफत कीती नहीं गुरु दी। ते अंदर धरती ते सदा वसै शैतान, अंदर शैतान ही है। अंदर कित्थों बंदगी आए। पंडिया कवन कुमत तुम लागे, बूडोगे परिवार सकल स्यों राम ना जपो अभागे। कर्म चंगे नहीं कीते, कहंदे जी बाणियां सीनियां पढ़दे आ, मैनू खिमा बख्शिओ। जे रोज़ गुरु घर जाने जी, महाराज कहते ना भाई आ, जे गुरु घर आउंदा तो फिर बड़ी किरपा तेरे ते, अगला कदम शुरू कर कर्म दा। कर्म भूम मह बो नाम, अपनी इस धरती ते चंगे कर्मां दा ए धरत बना, शरीर नूं इहदे विच नाम दा बीज पा। मन तन निर्मल करत कियारो, हर सिंचै सुधा संजूर। या रस मैं मगन होत किरपा ते महा बिखिया ते टोर। ये बीज अंदर पै गया, मुड़ के देखी तेरे अंदर कदी जहर नहीं उग सकता। पूर्ण होए तुम्हारा काम, जीवन दा मनोरथ पूर्ण होएगा। भई प्राप्त मानुख दे हुरिया, गोबिंद मिलन की यह तेरी बरिया। ये काम सब तो श्रेष्ठ है। सगल धर्म है उत्तम धर्म, कर्म करतूत कै ऊपर कर्म। सारे कर्मां तो श्रेष्ठ कर्म गुरु अर्जुन देव जी महाराज कहते कि राम राम बोल राम राम, त्यागो मन के सगल काम। जिस बोलत मुख पवित होए, जिस सिमरत निर्मल है सोए। जिस आराधे जम किछ ना कहे, जिसकी सेवा सब किछ लहै। एक कारज कर, फल पावह मिटै जम त्रास। नित गावह हर हर गुण जास। फल पावह, फिर जिहड़ा बीज बोया वो रुख बनिया, उस रुख ते जिहड़ा फल लगेगा ना, साहिब जी कहते तेरा जीवन तब्दील करने वाला नाम दा फल लगेगा। गुर संतोख रुख आख्या, धर्म फुल फल ज्ञान। इस गुरु रुख नूं, इस गुरु दे उपदेश दे पाए हुए बीज नूं जिहड़ा फल लगदा है ना, धर्म फुल फल ज्ञान। धर्म दा फुल प्रगट हुंदा है, पुंगरदा है, ते ज्ञान दा फल प्रगट हुंदा है। सोझी गुरु साहब कहंदे आ, इहनूं क्या फल पावै मिटै जम त्रास। इस ज्ञान दे फल तो जमा दा मौत दा भी डर खत्म हो जाएगा। नित गावै हर हर गुण जास। नित गा भाई,
दिन भी गा ते रैणी भी गा, अठे पहर गा, साथ साथ सिमरो गोबिंद, मन अंतर की उतरै चिंद। सदै गा उठत सुखिया बैठत सुखिया, भौ नहीं लागै जां ऐसे बुझिया। सदा गा उठत बैठत सोवत जागत, एह मन तुझै चितारे। सदा ही गा। ते रहाओ दी तुक च सतगुर जी रहम करते ने, हर हर नाम अंतर उर धार, सीघर कारज लेहो समार। रहाओ हुण ये कोई बाहर दी धरती नहीं, बाहर दा बीज नहीं, बाहर दी कोई हल रूपी बोहल नहीं, कुछ नहीं, ये सब अंतर दा है। मन हाली मन दे उत्ते हल चलाना है। मन हाली किरसानी करनी, श्रम पानी तन खेत, नाम बीज संतोख सुहागा, रख गरीबी वेस, भाओ करम कर जमसी, से कर भागट देख देख वड्डे भागां वाला होएगा, तेरे अंदर बोहड़ लगेगा गुरु दे फल दा। बाबा माया साथ ना होए, जे बाहर दा दिखावा करदा है, कर्म नहीं चंगे कीते, फिर ये माया नहीं साथ देने वाली। चंगे कर्म नाल निभणगे, नाल जाणगे, हर जस रे मना गाय लै जो संगी है तेरो। अवसर बीतियो जात है, कहो मान लै मेरो, सीघर कारज लेहो सवार। अवसर बीतियो जात है, सीगर दा मतलब है शीघर, छेती। जिन्हों बाबा रविदास जी बड़ा सोहना आखदे, कहो रविदास परो तेरी सांबा, बेग मिलो जन करना बिलांबा। भाई देरी ना करी, देरी ना करी, क्यों? मत के जापे सा आवे के ना आवे राम। प्रभु का नाम जपदियां बिलम नहीं करना, ढिल नहीं करनी, आलस नहीं करना, क्योंकि ये जीवन का नहीं पता। इस करके अपने उर उर कहंदे हिरदे, हिरदे दे अंदर हरि प्रभु का नाम जपी जा, ध्याई जा, नित ध्याई जा। देख जब मन निर्मल होना शुरू हो जाएगा। कि हो सकता है इवें? जे गुरु अर्जुन देव महाराज जी नूं ही पुछिए, सतगुरु जी इवें हो सकता कोई उपदेश सानू दृढ़ कराओ कि किवें होएगा नाम जपदियां, कि उहदा आराधन करदियां किवें असीं सुच्चे हो जाइए। महाराज जी ने कहा बई इस गल की सोझी नहीं दिती जा सकती, हर आराधना जाना रे, नहीं दस सकता किवें जपीए, क्यों जपीए, किस तरह। बस ये क्या है, हर हर गुर गुर करता रहे, तुसीं करी जाओ, उन्हें आप जपा देना है, उन्हें आप प्रवान कर लेना है। ये रहाओ है। शीघर बेग मिलो हो, बेग कहंदे छेती, जन करना बिलंबा, नह बिलंब धर्मंग, बिलंब पापंग। बिलंब करना है तो पाप करन लग्या, ये कह मैं कल करांगा, मैं फिर पढ़ांगा अगले महीने तो। बाणी पढ़न लग्या ना कहना मैं अगले महीने तो शुरू करांगा, वो जतन करके अज ही शुरू की जाए, हुणे ही किया जाए। अपने प्रभ स्यों हो सावधान, ता तू दरगह पावह मान। प्रभ की उस्तत करूँ हो संत मीत, सावधान एकाग्र चीत। सुखमनी सहज गोबिंद गुण नाम। की होएगा महाराज कहते जे ये सुखमनी, सुखां दी मनी, ये बाणी जे मन विच वस गई, सहज आएगा, ठरमा आएगा। पर वसाउण वास्ते चेतन तू होया ही नहीं। चेतना है तो चेत लै, निस दिन मह प्राणी, छिन छिन औद बिहाद है, फूटे घट ज्यों पानी। सावधान होके जप, अपने प्रभ स्यों हो सावधान, एकाग्र चित होके बिल्कुल चढ़दी कला उद्यम दे विच एवें अवेसला होके बाणी ना पढ़ी। ये मन किथे होर भजिया फिरदा है, बाणी जुबान तो चली फिरदी है, एक ओंकार सतनाम, फिर आ गया जी जिनी नाम ध्याया गए मशक्कत काल। सारी बाणी मन ते कबीर मन पंखी पयो, उड उड दह दिस जाए, जो जैसी संगत रहे सो तैसो फल खाए। मन ते केड़ा फल खाई फिरदा पापां वाला उड़ के, निंदा चिंदा वाला, चिंतावां वाला। तू कहना मैं बाणी पढ़ रहा। सावधान होकर बाणी पढ़नी है।
किवें? अंतर गुर आराधना, ਜਿਹਵਾ जप गुर नाओ, नेत्री सतगुर पेखना, श्रवणी सुनना गुर नाओ। जो जुबान तो बोल रहे हैं उन्नी आवाज़ नाल पढ़ के तेरे कन्नां नूं सुने तू की पढ़ रहे हैं, ताकि पढ़िया सुनिया तैनूं पता लगे ते तेरा मन उत्थे टिक जाए। ये सावधानता है, तां तू दरगाह पावह मान, तां प्रभु की दरगाह च तैनूं कोई इज्जत मिलनी है। तो सतगुरु गुरु हरराय साहब महाराज जी ने कहा, ਸਿੰਘੋ ਇਹਦੀ भावना वेखो, ये ना वेखो ये बचन की बोलती है। महाराज जी ने प्रशादा छकिया तो आख्या, माई ताबो तेरा तिल फुल बनाया भी 36 प्रकार के रस दे गया। क्यों? ये दाने दाने उत्ते तू गुरु पातशाह जी की बाणी का सिमरन किया। यह है असल अमृतमय भोजन। सब रस मिठा मनिया, सुनिया सा लोना, खट तुरसी मुख बोलना, मारण नाद किए, 36 अमृत भाओ एक, जाको नदर करे। ये है नदरे इनायत वाला भोजन। तो फिर होर जिन्ना मर्जी खा लो। महाराज कहते बाबा होर खाना खुशी खवा। इस गल नूं सतगुरु जी कहते भाई सबर वाला जीवन, संतोख वाला जीवन होए ते प्रभु की बंदगी वास्ते उद्यम होए। ये ना होए कि बुरे काम को ऊठ खलोआ, नाम की बेला पै पै सोया। ये सतगुरु जी कहते जो करन वाला काम सी, करनो हो तो सो ना कियो, परयो लोभ कै फंद, नानक समयो रम गयो, अब क्यों रोवत अंध। सावधान हो बंदिया, एक कारज तेरे करन दा बेड़ा बंद ना सकियो, बंधन की वेला, पर सरवर जब उछलै तब तरुण दुहेला, फिर की करेगा। अज तैनू माण है, सावधानता है। कंचन नारी में जियो लुबत है, मोह मीठा माया, घर मंदिर घोड़े खुशी मन अनरस लाया, हर प्रभ चितना आयो, क्यों छूटा मेरे हर राया। हाँ जे छुटना है फिर सतगुरु जी कहते मेरे राम, आखदे सतगुरु जी किरत कर्म के विछुड़े कर कृपा मिलो राम। मेरे राम ये नीच कर्म हर मेरे, आखदी है सच्चे पातशाह हम अवगुण भरे एक गुण नाही, अमृत छाड़ बिखै बिख खाई। ये खोजिए अपने मन नूं, अपने कर्मां नूं वेखांगे, फिर पता लगेगा कि किन्ने क अवगुणा दे भरे होए आ। हम रुलते फिरते कोई बात ना पूछता, गुर सतगुर संग कीरे हम थापे। तुसीं इन्ना निवाजिया होया सतगुर जी, इस लायक नहीं असी। मुख निंदा आखां दिन रात, पर घर जो ही नीच सनात, काम क्रोध तन वसह चंडाल, तानक रूप रहा करतार। हाल ये कीता दूजियां दी चौकीदारी करी गए, दिल दरवानी जो करे दरवेशी दिल रास, छड़ दूजियां दी चौकीदारी, अपने कर्मां नूं वेख लै। इश्क मोहब्बत नानका लेखा करते पास। ये असल मोहब्बत है प्रभु के नाम की। उकत सियाणप सगली त्याग, संत जना की चरणी लाग, छोड़ उपाव एक टेक राख, महापदारथ अमृत रस चाख। छड़ दे अपने कीते हुए हुज्जत वाले सुभाਅ नूं, बस आख दे सतगुरु जी किरपा करके बख्श लो। जेता समुंद सागर नीर भरिया, तेते अवगुण हमारे, दया करो किछ मेहर उपावो, डुबदे पत्थर तारे। ये शरण विच आ जाओ सतगुरु दी। जिन्ना जतन करदा ना बंदा पानी दे विच तरन दा, उन्ना पानी उन्नू डूबदा है। जद बंदा पानी नू समर्पित हो जाता है, पानी उन्नू उत्ते चख दिंदा है। पानी कहंदा लै तू तर लै हुण। जिन्नी हुज्जतां असीं अपने कर्मां दी करी बैठे हाँ, मैं ये हाँ मैं ये करदा, उन्ना असीं इस भव सागर विच गोते खा रहे हैं। जिन्ना असीं समर्पण कर दईए ना सतगुर सच्चे पातशाह, मैं ना ही प्रभ सब किछ तेरा, ये समर्पण कर दईए। जा हों ना ही ता क्या आखां, के हो ना ही क्या होवां, ये समर्पण है। मैं ना ही कछ हों नहीं, किछ आहे ना मोरा, अवसर लज्जा राख ले हो, सदना जन तोरा। उकत सियाणप सगली त्याग, ये सियाणपा त्याग दईए। ये वाली कबीर हम किया हम करेंगे,
हम मूर्ख गावार। गुरु अमरदास जी ने आख्या ना कि हम किया हम करेंगे, हम मूर्ख गावार, करने हारा विसरिया दूजै भाए प्यार। ते कबीर साहब कहते कबीर ना हम किया ना करेंगे ना कर सके हैं शरीर, उकत सियाणप सगली त्याग। क्या जानो किछ हर किया भयो कबीर कबीर। संत जना की चरणी लाग, महिमा साधु संग की सुनो मेरे मीता। संत जना दी शरण ते चरण विच आके बह जा। दान महिंडा तली खाक जे मिलै तां मस्तक लाई है। कूड़ा लालच छड़िए, उकत सियाणपां छड़ दे। वो एक मन अलख ध्याई है, ते जेहो जा बीजेगा ओहो जा पाएगा। फल तेवे हो पाई है, जेवे ही कार कराई है। ये है जेवे ही कार कमाई है। ते अगे साहिब जी बख्शिश कर दे, सर्ब जी हैं जाकै हाथ, कदे ना विछुड़ै सब कै साथ। उपाव छोड़ गहो तिसकी ओट, निमख माहे होवै तेरी छोट। वो सब दी प्रतिपालना करने वाला है वाहिगुरु। सर्ब जी हैं जाकै हाथ, जिहदे हथ विच सारा कुछ है। असीं कहंदे आ माड़े कर्म कीते ने, ते सतगुर जी ये कि कबीर साहब दा बचन फिर चेते करो। कबीर साहब कहंदे ना, कहो कबीर सुनो रे संतो खेत ही करो नबेरा, अब की बार बख्श बंदे को बहुर ना भौजल फेरा। वो करन वाला है, वो निदान दाता है, वो सारे कर्मां दे लेखे भी पाड़न वाला है। वो नहीं पूछेगा फिर लेखे जोखे जद उन्हें कृपा करती। कदे ना विछड़ा सब कै साथ, वो सदा नेड़े है, वो दूर नहीं है। उपाव छोड़ गहो तिसकी ओट, सारे उपाव छड़ सगल द्वार को छाड़ के गयो तुहारो द्वार। इस थां ते अपने आप नूं समर्पित कर। निमख माहे होवै तेरी छोट, अख दे झपकण जिन्ने समय च सतगुर तैनूं इन्हां विकारां दी बंदिश तो खलासी कर देणगे। एक खिन विच उस वाहिगुरू लई खिन मात्र है, उहदे लई सब कुछ करना एक खिन तो भी घट है। ते अंतम तुकां दे विच सतगुर जी ये बख्शिश कर दे, सदा निकट कर तिसनो जान, प्रभ की आग्या सत कर मान। उन्होंने सदा नेड़े जानेगा, फिर पाप कर्म नहीं करेगा। फिर ये तेनू पता लग जाएगा, अगों देखा पिछों देखा, तुझते कहाँ छुपावै। दुनिया तो ते मैं लुक के कर सकदा, पर वाहिगुरू जी तुसी ते वेख रहे हो, तुसी ते जानदे हो। सद हजूर हाजर है नाजर, कतहू ना भयो दुराई। जह जह पेखों तय हजूर, दूर कतहू ना जाए। वो तो नेड़े है, जह जह पेखों तय हजूर, वो तो नेड़े है। गुरु पातशाह जी कहते प्रभ की आग्या सत कर मान। आग्या की है कि अपनी सियाणप त्याग ते सतगुर जी की मत नूं धार लै। गुर पातशाह जी बख्शिश कर दे, गुर कै बचन मिटावो आप, हर हर नाम नानक जप जाप। अपना आप अपना आहंग जिस दिन मिट जाए, तो सतगुर जी कहते फिर उस दिन पार ब्रह्म परमेश्वर का प्रगटावा अंदरों होंदा है। अजे मैं उन्होंने प्रगट नहीं होने दे रही, जिस दिन मैं मर गई तो वह प्रगट हो गया। फिर उही अंदरों दिसेगा, उही बोलेगा। हर हर नाम नानक जप जाप। अपने आहंग नूं त्यागण लई गुरु अर्जुन देव महाराज जी कहते उस प्रभु का जप जाप सदा ही करिए, सदा ही ध्याइए। सतगुरु गुरु अर्जुन देव महाराज जी ने अज दे शब्द विच कर्म रूपी धरती ते निर्मल नाम रूपी उपदेश का बीज गुरु का बोण वास्ते आख्या। जे निर्मल बीज बोवांगे तो फल भी सानू चंगे सुखदायक मिलणगे, नहीं तो फिर दुखां का बीजिया दुख ही सहेड़ांगे। इन एक विचार दे नाल दास खीमा दा जाचक है। श्री गुरु ग्रंथ साहब महाराज जी का, गुरु हरकृष्ण साहब जी का धन्यवाद, आप संगतां दा धन्यवाद। दास शुक्रगुजार है
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਚੇਅਰਮੈਨ ਸਾਹਿਬ, ਧਰਮ ਪ੍ਰਚਾਰ ਕਮੇਟੀ ਪ੍ਰਧਾਨ ਸਾਹਿਬ ਸਭ ਦਾ, ਅਤੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ, ਜਿਹੜੇ ਬੇਹੱਦ ਪਿਆਰ ਅਤੇ ਬੇਹੱਦ ਅਸੀਸ ਰੂਪ ਦੇ ਵਿੱਚ ਦਾਸ ਨੂੰ ਅਤੇ ਸਾਰਿਆਂ ਨੂੰ ਮੌਕਾ ਬਖਸ਼ਦੇ ਨੇ। ਸਤਿਗੁਰੂ ਜੀ ਰਹਿਮਤ ਕਰਨ। ਸਭ ਦਾ ਧੰਨਵਾਦ। ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।